रैली करके साबित भी यही करना चाहते थे भी ਜਿਹੜੇ ਸਾਡੇ देश के नौजवान आ पंजाब के खास तौर पर वो संघर्ष तो पिछे नहीं हटे। 6 महीने चले, साल चले, 2 साल चले, 4 साल चले, साडे जमदे बच्चे तो लैके बजुर्ग तक हर एक बंदा अपना बनदा योगदान इस संघर्ष च पाऊगा जी। ਜਿਹੜੇ ਸਾਨੂੰ ਅੰਦੋਲਨ ਜੀਵੀ ਪਰਜੀਵੀ ਵੱਖਰੇ ਵੱਖਰੇ ਤਰ੍ਹਾਂ ਦੇ ਨਾਮ ਨਾਲ ਜੁਮਲਾ ਜੀਵੀ ਜਿਹੜੇ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨੇ ਇਹਨਾਂ ਨਾਮਾਂ ਨਾਲ ਸਾਨੂੰ ਸੰਬੋਧਨ ਕਰਦੇ ਨੇ, ਉਹ ਆਪ ਇਸ ਸਟੇਜ ਤੇ ਇਹਨਾਂ ਅੰਦੋਲਨਾਂ ਦੀ ਬਦੌਲਤ ਪਹੁੰਚੇ ਨੇ। ਜਿੱਦਾਂ ਕਿ ਜੀਓ ਨੇ ਕੀਤਾ, ਆਪਾਂ ਨੂੰ ਸਾਰਿਆਂ ਨੂੰ ਫ੍ਰੀ ਸਿਮਾਂ ਦਿੱਤੀਆਂ, ਫ੍ਰੀ ਡਾਟਾ ਦਿੱਤਾ, ਫ੍ਰੀ ਕਾਲ ਦਿੱਤੀ, ਤੇ ਅੱਜ ਉਹਦੇ ਰੇਟ ਕੀ ਆ। ਇੱਦਾਂ ਹੀ ਇਹਨਾਂ ਨੇ ਖੇਤੀ ਦੇ ਵਿੱਚ ਕਰਨਾ, ਪਹਿਲਾਂ ਸਸਤੀਆਂ ਫਸਲਾਂ ਖਰੀਦਣਗੇ ਤੇ ਮੁੜ ਕੇ ਬਹੁਤ ਮਹਿੰਗੇ ਭਾਵਾਂ ਤੇ ਵੇਚਣਗੇ। ਦੇਸ਼ ਦਾ ਇੱਕ ਭੁੱਖਮਰੀ ਦੀ ਹਾਲਤ ਵੱਲ ਨੂੰ ਚੱਲ ਜੂਗਾ ਜੇ ਸਾਰਾ ਕੁਝ ਹੀ ਆਪਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਦੇ ਦਿੱਤਾ। ਸੋ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਮੁਠੱਡਾ ਕਲਾਂ ਤੋਂ 3 ਖੇਤੀਬਾੜੀ ਕਾਨੂੰਨਾਂ ਦੇ ਖਿਲਾਫ। ਇਸ ਵੇਲੇ ਸਾਡੇ ਨਾਲ ਨੌਜਵਾਨ ਹਰਿੰਦਰ ਸਿੰਘ ਹੋਰੀ ਮੌਜੂਦ ਨੇ। ਹਰਿੰਦਰ ਜੀ, ਇਹ ਨੌਜਵਾਨਾਂ ਦੇ ਵੱਲੋਂ ਮੈਂ ਦੇਖ ਰਿਹਾ ਚਾਰੇ ਪਾਸੇ ਨੌਜਵਾਨ ਹੀ ਨੌਜਵਾਨ ਨਜ਼ਰ ਆ ਰਹੇ ਆ। ਕਹਿੰਦੇ ਸੀ 26 ਤਰੀਕ ਤੋਂ ਬਾਅਦ ਨੌਜਵਾਨ ਕਿਤੇ ਨਜ਼ਰ ਹੀ ਨਹੀਂ ਆਉਂਦੇ, ਉਹ ਤਾਂ ਨਿਕਲ ਗਏ ਸਾਰੇ ਆ, ਹੁਣ ਬਜ਼ੁਰਗ ਹੀ ਬੈਠੇ ਰਹਿ ਗਿਆ। ਪਰ ਅੱਜ ਦੇਖਦੇ ਆ ਕਿ ਹੈ ਹੀ ਨੌਜਵਾਨ ਆ, ਬਜ਼ੁਰਗ ਨਜ਼ਰ ਹੀ ਨਹੀਂ ਕਿਤੇ ਆਉਂਦਾ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਸਾਡੀ ਜਿਹੜੀ ਅੱਜ ਦੀ ਰੈਲੀ ਹੈ ਜੀ, ਇਹਦਾ ਨਾਮ ਵੀ ਅਸੀਂ ਸਲੋਗਨ ਇਹੀ ਰੱਖਿਆ, ਨੌਜਵਾਨ ਇੱਕ ਜੁੜਤਾ ਰੈਲੀ। ਜਿਹੜਾ ਤੁਹਾਡਾ ਸਵਾਲ ਸੀ, ਜਿਹੜਾ ਗੋਦੀ ਮੀਡੀਆ ਤੇ ਇੱਕ ਆਰੋਪ ਲੱਗਦਾ ਵੀ ਝੂਠ ਤੂਫਾਨ ਜੋ ਦੁਨੀਆ ਦਾ ਉਹ ਬੋਲਦਾ ਤੇ ਉਹ ਪੇਸ਼ ਕਰਦਾ ਤੇ ਲੋਕ ਉਸ ਝੂਠ ਨੂੰ ਸੱਚ ਸਮਝਣ ਲੱਗ ਪੈਂਦੇ ਆ। ਤੇ ਅਸੀਂ ਅੱਜ ਰੈਲੀ ਕਰਕੇ ਸਾਬਤ ਵੀ ਇਹੀ ਕਰਨਾ ਚਾਹੁੰਦੇ ਸੀਗੇ ਵੀ ਜਿਹੜੇ ਸਾਡੇ ਦੇਸ਼ ਦੇ ਨੌਜਵਾਨ ਆ ਪੰਜਾਬ ਦੇ ਖਾਸ ਤੌਰ ਤੇ ਉਹ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਕਰਕੇ ਜਿਹੜਾ ਸਾਡੇ ਇੱਕ ਨਾਮ ਨਾਲ ਜੁੜਦੀ ਗੱਲ ਆ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮ, ਉਸ ਜਿਹੜੀ ਮੁਹਿੰਮ ਦੇ ਵਿੱਚ ਅੱਜ ਵੀ ਅਸੀਂ ਉਦੋਂ 26 ਜਨਵਰੀ ਤੋਂ ਪਹਿਲਾਂ ਵੀ ਖੜੇ ਸੀ, ਅੱਜ ਵੀ ਖੜੇ ਆ। ਇਹ 6 ਮਹੀਨੇ ਚੱਲੇ, ਸਾਲ ਚੱਲੇ, 2 ਸਾਲ ਚੱਲੇ, 4 ਸਾਲ ਚੱਲੇ, ਸਾਡੇ ਜੰਮਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਬੰਦਾ ਆਪਣਾ ਬਣਦਾ ਯੋਗਦਾਨ ਇਸ ਸੰਘਰਸ਼ 'ਚ ਪਾਊਗਾ ਜੀ। ਅੱਛਾ, ਇੱਕ ਚੀਜ਼ ਬਹੁਤ ਹੈ, ਜਿੱਥੇ ਨੌਜਵਾਨ ਹੁੰਦੇ ਨੇ ਨਾ, ਇਸ ਗੱਲ ਦਾ ਖਦਸ਼ਾ ਬਣਿਆ ਰਹਿੰਦਾ ਕਿ ਕਿਤੇ ਕੋਈ ਹਿਲ ਜੁਲ ਨਾ ਹੋ ਜਾਵੇ, ਕਿਉਂਕਿ ਜੋਸ਼ ਵੱਧ ਹੁੰਦਾ ਹੈ, ਕਈ ਵਾਰੀ ਹੋਸ਼ ਉਹਨਾਂ ਨਹੀਂ ਨਜ਼ਰ ਆਉਂਦਾ। ਅੱਜ ਦੀ ਰੈਲੀ ਦੇ ਵਿੱਚ ਵੀ ਸਭ ਤੋਂ ਵੱਧ ਨੌਜਵਾਨ ਹੀ ਨੌਜਵਾਨ ਆ। ਇਸ ਜੋਸ਼ ਨੂੰ ਹੋਸ਼ ਦੇ ਵਿੱਚ ਰੱਖਣ ਲਈ ਕੋਈ ਖਾਸ ਵਿਉਂਤਬੰਦੀ ਵੀ ਤੁਹਾਡੇ ਵੱਲੋਂ ਘੜੀ ਗਈ ਹੈ? ਇਹ ਸਭ ਤੋਂ ਪਹਿਲੇ ਤਾਂ ਵੱਡੀ ਗੱਲ ਇਹ ਹੈ ਜੀ, ਮੈਂ ਇਸ ਗੱਲ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਕਿ ਜਿਹੜੀ ਜਵਾਨੀ ਆ ਉਹ ਜੋਸ਼ ਨਾਲ ਭਰਪੂਰ ਹੁੰਦੀ ਆ, ਪਰ ਮੈਨੂੰ ਲੱਗਦਾ ਜਿਹੜੀ ਅੱਜ ਜਵਾਨੀ ਇਕੱਤਰ ਹੋਈ ਆ ਉਹ ਇਸ ਗੱਲ ਨੂੰ ਸਮਝਦੀ ਆ ਕਿ ਸਾਡੇ ਹੱਕਾਂ ਦੀ ਗੱਲ ਆ। ਉਹ ਇਦਾਂ ਦੇ ਲੋਕ ਨਹੀਂ ਗੇ ਜਿਨ੍ਹਾਂ ਤੇ ਟੈਗ ਲੱਗਦਾ ਸੀ ਵੀ ਉੜਤਾ ਪੰਜਾਬ ਵਾਲੇ ਨਸ਼ੇੜੀ ਆ। ਤੁਸੀਂ ਦੇਖ ਲਓ ਸਾਡੇ ਜਿਹੜੇ ਨੌਜਵਾਨ ਮੁੰਡੇ ਆ, ਤੁਸੀਂ ਬਾਅਦ 'ਚ ਜਦੋਂ ਕਵਰ ਕਰਨੇ ਆ, ਬਹੁਤੇ ਖਿਡਾਰੀ ਨੇ, ਉਹ ਕੋਈ ਕਬੱਡੀ ਦੇ ਖੇਤਰ ਵਿੱਚ ਨਾਮੀ ਖਿਡਾਰੀ ਆ, ਕੋਈ ਬੈਡਮਿੰਟਨ ਦਾ ਖਿਡਾਰੀ ਵੀ ਆ, ਫੁੱਟਬਾਲ ਦੇ ਨੈਸ਼ਨਲ ਲੈਵਲ ਦੇ ਖਿਡਾਰੀ ਨੇ, ਐਥਲੈਟਿਕਸ ਦੇ ਵਧੀਆ ਖਿਡਾਰੀ ਨੇ, ਚਾਹੇ ਰੈਸਲਿੰਗ ਦੇ ਵਧੀਆ ਖਿਡਾਰੀ ਨੇ। ਇਹ ਜਿਹੜੀ ਚੰਗੇ ਨੌਜਵਾਨ ਆ ਉਹ ਸਮਾਜ ਨੂੰ ਸੇਧ ਦੇਣ ਵਾਲੇ ਆ। ਮੈਂ ਤੁਹਾਨੂੰ ਇਹ ਯਕੀਨ ਦਿਵਾਉਂਦਾ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਨੌਜਵਾਨਾਂ ਵੱਲੋਂ ਕੋਈ ਵੀ ਇਦਾਂ ਦੀ ਹੱਲਾ ਗੁੱਲਾ ਨਹੀਂ ਕੀਤਾ ਜਾਊਗਾ। ਪੂਰੇ ਜ਼ਾਬਤੇ 'ਚ ਰਹਿ ਕੇ ਜੋ ਡਿਸਪਲਿਨ ਬਣਿਆ ਹੋਇਆ, ਤਰਤੀਬਵਾਰ ਸਾਰੇ ਮੋਟਰਸਾਈਕਲ ਹੋਣਗੇ, ਉਸ ਤੋਂ ਬਾਅਦ ਟਰੈਕਟਰ ਤੇ ਉਸ ਤੋਂ ਬਾਅਦ ਗੱਡੀਆਂ ਦੇ ਕਾਫਲੇ ਦੇ ਰੂਪ ਦੇ ਵਿੱਚ ਜਿਹੜਾ ਆਪਾਂ ਰੂਟ ਦਿੱਤਾ ਆ ਉਸ ਰੂਟ ਤੇ ਜਾਣਗੇ ਤੇ ਅੱਜ ਦੇ ਪ੍ਰੋਗਰਾਮ ਨੂੰ ਸਕਸੈਸਫੁਲ ਕਰਨਗੇ ਜੀ। ਤੁਸੀਂ ਕਹਿੰਦੇ ਜਵਾਨੀ ਜੋਸ਼ ਦੇ ਵਿੱਚ ਆ ਔਰ ਜਵਾਨਾਂ ਦੀ ਏਕਤਾ ਜਿਹੜੀ ਹੈ ਇੱਥੇ ਦਿਖਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਣੀ ਹੈ ਜੀ। ਤੇ ਜਦੋਂ ਪ੍ਰਧਾਨ ਮੰਤਰੀ ਗੱਲ ਕਰਦੇ ਉਹ ਕਹਿੰਦੇ ਇਹ ਤਾਂ ਸਾਰੇ ਅੰਦੋਲਨ ਜੀਵੀ ਆ, ਜਿੱਦਾਂ ਪਰਜੀਵੀ ਹੁੰਦੇ ਆ। ਅਸਲ ਦੇ ਵਿੱਚ ਸਮੱਸਿਆ ਇਹ ਹੈ ਜੀ, ਜਿਹੜਾ ਲੋਕਤੰਤਰ ਆ ਉਹਦੀ ਡੈਫੀਨੇਸ਼ਨ ਇਹ ਆ ਵੀ ਮੈਂ ਵੀ ਪੋਲੀਟੀਕਲ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਹਾਂ। ਲੋਕਾਂ ਲਈ ਲੋਕਾਂ ਦੁਆਰਾ ਚੁਣੀ ਸਰਕਾਰ। ਬਿਲਕੁਲ। ਹੁਣ ਜਿਹੜੇ ਸਾਨੂੰ ਅੰਦੋਲਨ ਜੀਵੀ ਪਰਜੀਵੀ ਵੱਖਰੇ ਵੱਖਰੇ ਤਰ੍ਹਾਂ ਦੇ ਨਾਮ ਨਾਲ ਜੁਮਲਾ ਜੀਵੀ ਜਿਹੜੇ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨੇ ਇਹਨਾਂ ਨਾਮਾਂ ਨਾਲ ਸਾਨੂੰ ਸੰਬੋਧਨ ਕਰਦੇ ਨੇ, ਉਹ ਆਪ ਇਸ ਸਟੇਜ ਤੇ ਇਹਨਾਂ ਅੰਦੋਲਨਾਂ ਦੀ ਬਦੌਲਤ ਪਹੁੰਚੇ ਨੇ। ਅੰਦੋਲਨ ਹਰੇਕ ਡੈਮੋਕ੍ਰੇਸੀ ਦਾ ਇੱਕ ਮੁੱਢਲਾ ਹੱਕ ਹੁੰਦਾ, ਫਰੀडम ਆਫ ਸਪੀਚ ਲੋਕਾਂ ਦਾ ਇੱਕ ਮੁੱਢਲਾ ਹੱਕ ਆ, ਸੰਵਿਧਾਨਕ ਹੱਕ ਆ। ਜਿਹੜੀ ਗੱਲ ਸਾਨੂੰ ਨਹੀਂ ਪਸੰਦ, ਪ੍ਰਧਾਨ ਮੰਤਰੀ ਸਾਹਿਬ ਦੇ ਸੋਚਣ ਦਾ ਨਜ਼ਰੀਆ ਉਹਨਾਂ ਦਾ ਆਪਣਾ ਹੋ ਸਕਦਾ ਵੀ ਜਿੱਦਾਂ ਉਹਨਾਂ ਬਾਰੇ ਕਿਹਾ ਵੀ ਜਾਂਦਾ ਵੀ ਹਮ ਦੋ ਹਮਾਰੇ ਦੋ, ਇੱਕ ਨਵਾਂ ਸਲੋਗਨ ਸਰਕਾਰ ਲਈ ਬਣਾਇਆ। ਜਿਹੜੇ ਉਹ ਅਦਾਨੀ ਤੇ ਅੰਬਾਨੀ ਉਹਨਾਂ ਦੇ ਖਾਸ ਘਰਾਣੇ, ਕਾਰਪੋਰੇਟ ਘਰਾਣੇ ਆ, ਉਹਨਾਂ ਬਾਰੇ ਸੋਚ ਰਹੇ ਨੇ। ਨਹੀਂ ਤਾਂ ਤੁਸੀਂ ਦੇਖੋ ਅੱਜ ਐਡੀ ਵੱਡੀ ਸਮੱਸਿਆ ਹੋ ਚੁੱਕੀ ਆ, ਦੇਸ਼ ਪੱਧਰੀ ਸਮੱਸਿਆ ਬਣ ਚੁੱਕੀ ਆ। ਰਿਹਾਨਾ ਵਰਗੀ ਅੰਤਰਰਾਸ਼ਟਰੀ ਹਸਤੀ ਇਹਦੇ ਉੱਤੇ ਟਵੀਟ ਕਰਦੀ ਆ, ਗ੍ਰੇਟਾ ਵਰਗੀ ਕੁੜੀ ਛੋਟੀ ਉਮਰ ਦੀ ਜਿਹਨੇ ਦੁਨੀਆ ਹਿਲਾ ਕੇ ਰੱਖ ਦਿੱਤੀ ਆ ਵਾਤਾਵਰਣ ਸੰਭਾਲ ਨੂੰ ਲੈ ਕੇ, ਉਹ ਇਹਦੇ ਉੱਤੇ ਟਵੀਟ ਕਰਦੀ ਆ। ਤੇ ਉਹਨਾਂ ਨੂੰ ਤਾਂ ਕਹਿੰਦੇ ਕਿ ਸਾਡੀ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਦੇ। ਹਾਂਜੀ, ਤੁਸੀਂ ਇਸ ਗੱਲ ਨੂੰ ਸਮਝੋ। ਕੱਲ੍ਹ ਦਾ ਦੇਖੋ ਜੀ, ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਵਿਪਲਵ ਦੇਵ ਜੀ ਦਾ ਇੱਕ ਬਿਆਨ ਆਇਆ ਕਿ ਬੀਜੇਪੀ ਦਾ ਅਗਲਾ ਪਲਾਨ ਸ਼੍ਰੀਲੰਕਾ ਤੇ ਨੇਪਾਲ ਦੇ ਵਿੱਚ ਸਰਕਾਰ ਬਣਾਉਣ ਦਾ। ਹੁਣ ਦੱਸੋ ਜੀ, ਬੀਜੇਪੀ ਬਾਹਰਲੇ ਰਾਜਾਂ 'ਚ ਦੇਸ਼ਾਂ 'ਚ ਜਾ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ ਬੀਜੇਪੀ ਦੀ, ਤੇ ਉਹ ਬੰਦੇ ਜਿਹੜੇ ਲੋਕ ਸ਼ਾਂਤਮਈ ਇੱਕ ਪ੍ਰਦਰਸ਼ਨ ਕਰ ਰਹੇ ਆ, ਉਹ ਹਰੇਕ ਮਨੁੱਖ ਦਾ, ਉਹ ਚਾਹੇ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦਾ ਆ, ਕਿਸੇ ਵੀ ਦੇਸ਼ ਵਿੱਚ ਰਹਿੰਦਾ, ਉਹਦਾ ਉਹ ਮੁੱਢਲਾ ਹੱਕ ਆ।
ਵਿਰੋਧ ਪ੍ਰਦਰਸ਼ਨ ਪ੍ਰਗਟਾਉਣਾ ਸ਼ਾਂਤਮਈ ਤਰੀਕੇ ਦੇ ਨਾਲ। ਤੇ ਜੇ ਕੋਈ ਬੰਦਾ ਉਹਦੇ ਦੇ ਨਾਲ ਤੁਹਾਡੀ ਸਮਰਥਤਾ ਪ੍ਰਗਟਾਉਂਦਾ, ਤੁਸੀਂ ਉਹਦਾ ਵਿਰੋਧ ਕਰਦੇ ਆ, ਤੁਸੀਂ ਸੋਚ ਸਮਝ ਸਕਦੇ ਆ ਉਹਦੇ ਪਿੱਛੇ ਕਿੰਨੀ ਜ਼ਹਿਰੀਲੀ ਸੋਚ ਆ। ਉਹ ਗੰਦੀ ਸੋਚ ਆ, ਆਪਾਂ ਨੂੰ ਉਸ ਸੋਚ ਤੋਂ ਪਿੱਛੇ ਹਟਣਾ ਚਾਹੀਦਾ ਤੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਜੀ। ਨੌਜਵਾਨ ਹੋਣ ਦੇ ਨਾਤੇ ਮੈਂ ਖਾਸ ਤੌਰ ਤੇ ਇਹ ਸਵਾਲ ਪੁੱਛੂੰਗਾ ਕਿਉਂਕਿ ਰਾਜਨੀਤੀ ਸ਼ਾਸਤਰ ਦੇ ਤੁਸੀਂ ਕਹਿੰਦੇ ਅਸੀਂ ਵਿਦਿਆਰਥੀ ਹੈਗੇ ਆ, ਵੈਸੇ ਬਹੁਤ ਘੱਟ ਇਦਾਂ ਦੀਆਂ ਗੱਲਾਂ ਦੇਖਣ ਨੂੰ ਮਿਲਦੀਆਂ। ਅੱਜ ਕੱਲ੍ਹ ਦੀ ਨੌਜਵਾਨੀ ਰਾਜਨੀਤੀ ਸ਼ਾਸਤਰ ਤੋਂ ਬਹੁਤ ਪਰੇ ਨਜ਼ਰ ਆਉਂਦੀ ਹੈ। ਤੇ ਜਦੋਂ ਰਾਜਨੀਤੀ ਸ਼ਾਸਤਰ ਦੇ ਤੁਸੀਂ ਆਪਣੇ ਆਪ ਨੂੰ ਵਿਦਿਆਰਥੀ ਕਹਿੰਦੇ ਆ ਤੇ ਕੀ ਦੇਖਦੇ ਹੋ ਸਰਕਾਰ ਦਾ ਜਿਹੜਾ ਨਜ਼ਰੀਆ ਇਸ ਅੰਦੋਲਨ ਨੂੰ ਲੈ ਕੇ, ਉਹਨਾਂ ਕਾਨੂੰਨਾਂ ਨੂੰ ਲੈ ਕੇ ਜਿੱਦਾਂ ਦਾ ਨਜ਼ਰੀਆ ਉਹਨਾਂ ਦਾ, ਉਹਦੇ ਬਾਰੇ ਕੀ ਕਹਿਣਾ ਹੈ, ਕੀ ਮੰਗ ਰੱਖਦੇ ਹੋ ਕੇਂਦਰ ਦੀ ਸਰਕਾਰ ਦੇ ਅੱਗੇ? ਅਸਲ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਜੀ, ਜਿਹੜੀ ਲੋਕਤੰਤਰ ਹੈ ਉਹ ਤਾਂ ਲੋਕਾਂ ਦੀ, ਲੋਕਾਂ ਲਈ ਤੇ ਲੋਕਾਂ ਦੁਆਰਾ ਚੁਣੀ ਸਰਕਾਰ ਆ। ਤੁਸੀਂ ਮੈਨੂੰ ਪੁੱਛਿਆ ਵੀ ਰਾਜਨੀਤੀ ਨਾਲ ਜੁੜਿਆ ਸਵਾਲ ਆ। ਹੁਣ ਜਿਹੜਾ ਪਾਸ ਕਰਨ ਦਾ ਤਰੀਕਾ ਆ ਉਹ ਸਾਰੇ ਬੁੱਧੀਜੀਵੀ ਮੰਨਦੇ ਆ ਵੀ ਸਰਕਾਰ ਨੇ ਰਾਜ ਸਭਾ ਦੇ ਵਿੱਚ ਜੈਸ ਨੋ ਕਹਿ ਕੇ ਜਿੱਦਾਂ ਬਿੱਲ ਨੂੰ ਪਾਸ ਕਰਾਇਆ ਉਹ ਲੋਕਤਾਂਤਰਿਕ ਤਰੀਕਾ ਨਹੀਂਗਾ, ਉਹ ਗਲਤ। ਹਾਂਜੀ ਲੋਕਾਂ ਨੂੰ ਇਸ ਤਰੀਕੇ ਨਾਲ ਇੱਕ ਬਹੁਤ ਮਹੱਤਵਪੂਰਨ ਬਿੱਲ, ਜਿਹੜਾ ਭਾਰਤ ਵਰਗਾ, ਆਪਾਂ ਜਾਣਦੇ ਸਾਰੇ ਲੋਕ ਵੀ ਖੇਤੀ ਪ੍ਰਧਾਨ ਸੂਬਾ ਭਾਰਤ, ਜੇ ਭਾਰਤ ਵਰਗੇ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਰਾਜ ਸਭਾ ਦੇ ਵਿੱਚੋਂ ਐਡਾ ਇੰਪੋਰਟੈਂਟ ਬਿੱਲ ਬਿਨਾਂ ਵੋਟਿੰਗ ਤੋਂ, ਜਦੋਂ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਸੀਗੇ, ਭਗਵੰਤ ਮਾਨ ਸੀ, ਹੋਰ ਵਿਰੋਧ TMC ਦੇ ਕੁਝ ਨੇਤਾ ਸੀ, ਉਹਨਾਂ ਨੂੰ ਚੱਕ ਕੇ ਤੁਸੀਂ ਬਾਹਰ ਸੱਟ ਦਿੱਤਾ, ਉਹਨਾਂ ਨੂੰ ਤੁਸੀਂ ਆਪਣਾ ਵਿਰੋਧ ਵੀ ਨਹੀਂ ਪ੍ਰਗਟਾਉਣ ਦਿੱਤਾ, ਵੋਟ ਨਹੀਂ ਪਾਉਣ ਦਿੱਤੀ। ਮੈਂ ਵੀ ਲਾਈਵ ਵੀ ਦੇਖਿਆ ਉਸ ਪ੍ਰੋਗਰਾਮ ਨੂੰ, ਬਹੁਤੇ ਲੋਕਾਂ ਨੇ ਦੇਖਿਆ ਹੋਊਗਾ। ਉਹ ਕਹਿੰਦੇ ਬਿੱਲ ਦੇ ਹੱਕ 'ਚ ਹੈ, ਹੱਕ ਮੇ ਹੈ ਕਿਤਨੇ ਹੈ, ਇੱਦਾਂ ਕਹਿ ਕੇ ਬਿੱਲ ਪਾਸ ਕਰਵਾਤਾ। ਉਹ ਇੱਕ ਚੰਗੇ ਲੋਕਤੰਤਰ ਵਾਸਤੇ ਵਧੀਆ ਗੱਲ ਨਹੀਂ ਹੈ। ਲੋਕਾਂ ਦੇ ਚਾਹੇ ਉਹ ਤੁਸੀਂ ਅਸੀਂ ਸਾਡੇ ਕੋਲ ਜਿਹੜਾ ਹੱਕ ਹੈ, ਮੈਂ ਜਿੱਦਾਂ ਦੱਸਿਆ ਵੀ ਅਸੀਂ ਤਾਂ ਵਿਰੋਧ ਪ੍ਰਗਟਾਉਂਦੇ, ਸਾਨੂੰ ਉਹ ਹੱਕ ਨਹੀਂ ਪਸੰਦ ਹੈਗੇ ਸਰਕਾਰ ਦੇ ਬਣਾਏ ਬਿੱਲ। ਉਹ ਪਾਸ ਕਰਨ ਤੋਂ ਪਹਿਲਾਂ ਜਿਹੜਾ ਆਰਡੀਨੈਂਸ ਦੇ ਰੂਪ ਦੇ ਵਿੱਚ ਲਿਆਂਦਾ ਜਾਂਦਾ ਉਹ ਵੀ ਤਾਂ ਗਲਤ ਦੱਸਿਆ ਜਾ ਰਿਹਾ, ਕਿਉਂਕਿ ਆਰਡੀਨੈਂਸ ਵੀ ਐਮਰਜੈਂਸੀ ਦੇ ਵਿੱਚ ਹੀ ਆਉਂਦੇ ਨੇ। ਬਿਲਕੁਲ ਜੀ, ਉਹ ਤਾਂ ਆਪਾਂ ਸਮਝ ਹੀ ਸਕਦੇ ਹਾਂ ਸਾਰੇ ਲੋਕ। ਜਦੋਂ ਕੋਵਿਡ ਵਰਗੀ ਇੱਕ ਏਡੀ ਸਮੱਸਿਆ, ਵਿਸ਼ਵ ਮਹਾਮਾਰੀ ਸਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਆ, ਤੇ ਖੇਤੀ ਆਧਾਰਿਤ ਆਪਣਾ ਢਾਂਚਾ ਆ, ਜੇ ਤੁਸੀਂ ਉਸ ਖੇਤੀ ਆਧਾਰਿਤ ਢਾਂਚੇ ਨੂੰ ਇੱਕ ਆਰਡੀਨੈਂਸ ਲਿਆ ਕੇ ਤਬਾਹ ਕਰ ਦਿਓਗੇ ਤੇ ਫਿਰ ਜਿਹੜੀ ਰੋਜੀ ਰੋਟੀ ਲੋਕਾਂ ਦੀ ਆ ਉਹ ਖੁੱਸ ਜਾਣੀ ਹੱਥਾਂ ਦੇ ਵਿੱਚੋਂ। ਹੁਣ ਤੁਸੀਂ ਦੇਖੋ, ਇਹ ਕਹਿੰਦੇ ਆ ਵੀ ਇਹ ਹੋਣਾ ਕੱਖ ਨਹੀਂ। ਸਰਕਾਰੀ ਖੇਤਰ ਦੇ ਵਿੱਚ ਜਦੋਂ ਟੈਲੀਕਾਮ ਸੈਕਟਰ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਆਈਆਂ, ਚਾਹੇ ਉਹ Jio ਆ, Airtel ਆ, ਭਾਰਤੀ ਏਅਰਸੈਲ, ਵੱਖ-ਵੱਖ ਕੰਪਨੀਆਂ ਜਿਹੜੀਆਂ, BSNL ਦੀ ਅੱਜ ਹਾਲਤ ਦੇਖ ਲਓ ਜੀ ਕੀ ਆ। ਸਰਕਾਰੀ ਸਕੂਲਾਂ ਦਾ ਤੁਸੀਂ ਦੇਖ ਲਓ। ਪੰਜਾਬ, ਚਲੋ ਆਪਾਂ ਜੇ ਥੋੜਾ ਜਿਹਾ ਇਹਨੂੰ ਅਪਵਾਦ ਵੀ ਮੰਨ ਲੈਂਦੇ ਆ, ਕੁਝ ਕੁ NRI ਆਪਣੇ ਜਿਹੜੇ ਆ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਕਾਫੀ ਪੈਸੇ ਖਰਚ ਰਹੇ ਨੇ, ਇਸ ਕਰਕੇ ਜਿਹੜੇ ਸਮਾਰਟ ਸਕੂਲ ਆ ਉਹ ਬਣ ਰਹੇ ਨੇ। ਤੁਸੀਂ ਇਹ ਪੰਜਾਬ ਨੂੰ ਛੱਡ ਕੇ ਹੋਰ ਸੂਬਿਆਂ 'ਚ ਜਾ ਕੇ ਦੇਖੋ, UP, ਬਿਹਾਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਉੱਥੇ ਜਿਹੜੇ ਜ਼ਮੀਨੀ ਪੱਧਰ ਤੇ ਸਰਕਾਰੀ ਸਕੂਲਾਂ ਦੀ ਹਾਲਤ ਕੀ ਆ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਵੀ ਜਿਹੜਾ ਸਰਕਾਰੀ ਤੰਤਰ ਦੇ ਵਿੱਚ ਜਦੋਂ ਤੁਸੀਂ ਪ੍ਰਾਈਵੇਟ ਇਨਵੈਸਟਮੈਂਟ ਲੈ ਆਉਂਗੇ ਤੇ ਸਰਕਾਰ ਉਹਨਾਂ ਨੂੰ ਫ੍ਰੀ ਹੈਂਡ ਦੇ ਦੂਗੀ। ਜਿੱਦਾਂ ਕਿ Jio ਨੇ ਕੀਤਾ, ਆਪਾਂ ਨੂੰ ਸਾਰਿਆਂ ਨੂੰ ਫ੍ਰੀ ਸਿਮਾਂ ਦਿੱਤੀਆਂ, ਫ੍ਰੀ ਡਾਟਾ ਦਿੱਤਾ, ਫ੍ਰੀ ਕਾਲ ਦਿੱਤੀ, ਤੇ ਅੱਜ ਉਹਦੇ ਰੇਟ ਕੀ ਆ। ਇੱਦਾਂ ਹੀ ਇਹਨਾਂ ਨੇ ਖੇਤੀ ਦੇ ਵਿੱਚ ਕਰਨਾ, ਪਹਿਲਾਂ ਸਸਤੀਆਂ ਫਸਲਾਂ ਖਰੀਦਣਗੇ ਤੇ ਮੁੜ ਕੇ ਬਹੁਤ ਮਹਿੰਗੇ ਭਾਵਾਂ ਤੇ ਵੇਚਣਗੇ। ਅੱਜ ਵੀ ਉਹ ਵੇਚਦੇ ਆ, ਅੱਜ ਵੀ ਆਪਾਂ ਦੇਖਦੇ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਛੱਲੀ ਆਪਾਂ ਉੱਦਾਂ ਹੀ ਆਪਣੇ ਜ਼ਿਮੀਂਦਾਰ ਭਰਾ ਦਿਓ ਮਰੋੜ ਕੇ ਲਿਆ ਕੇ ਚੱਬ ਕੇ ਖਾ ਲਈ ਦੀ, ਉਹ 80-80 ਰੁਪਏ ਦੀਆਂ 2 ਛੱਲੀਆਂ ਦੇਣ ਰਹੇ ਨੇ, ਹਨਾ। ਉਹ ਜਿਹੜਾ ਮਾਡਲ ਆ ਉਹ ਭਾਰਤ ਵਰਗੇ ਗਰੀਬ ਦੇਸ਼ ਜਿਹੜਾ ਉੱਥੇ ਉਹ ਐਪਲੀਕੇਬਲ ਨਹੀਂਗਾ। ਜਿੱਥੇ ਲੋਕ ਜ਼ਿਆਦਾ ਪੜ੍ਹੇ ਲਿਖੇ ਹੋਣ, ਜਿੱਥੇ ਲੋਕ ਜ਼ਿਆਦਾ ਸੈਕਟਰ ਜਿਹੜਾ ਆ ਆਪਣਾ ਨੌਕਰੀਆਂ ਦੇ ਨਾਲ ਜੁੜੇ ਹੋਣ, ਉੱਥੇ ਉਹ ਇੰਪਲੀਮੈਂਟ ਹੋ ਸਕਦਾ ਵੀ ਚੰਗੇ ਤਰੀਕੇ ਨਾਲ ਕੀਤਾ ਜਾ ਸਕਦਾ ਹੋਵੇ। ਪਰ ਆਪਣੇ ਸਾਹਮਣੇ ਵਿਕਸਿਤ ਦੇਸ਼ਾਂ, ਕੈਨੇਡਾ, ਅਮਰੀਕਾ, ਜਰਮਨ, ਇਹ ਫੇਲ ਮਾਡਲ ਆ ਜੀ। ਫਿਰ ਆਪਾਂ ਨੂੰ ਧੱਕੇ ਨਾਲ ਆਪਣੇ ਗਲ ਪਾਉਣਾ ਚਾਹੁੰਦੇ ਆ, ਉਹ ਕੁਝ ਕੁ ਖਾਸ ਲੋਕਾਂ ਨੂੰ ਲਾਭ ਪਹੁੰਚਾਉਣ ਲਈ। ਇਹ ਬਿਲਕੁਲ ਗਲਤ ਗੱਲ ਆ। ਹਰਿੰਦਰ ਹੋਰਾਂ ਨਾਲ ਗੱਲ ਕਰਕੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਕਹਿੰਦੇ ਆ ਕਿ ਲੋਕਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ ਆਈ, ਕਿਸਾਨਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ ਆਈ, ਇਹੋ ਜਿਹੇ ਨੌਜਵਾਨਾਂ ਨਾਲ ਗੱਲਬਾਤ ਕਰਕੇ ਦੇਖੋ, ਜਿਹੜੀ ਗੱਲ ਤੁਹਾਨੂੰ ਵੀ ਸਮਝ 'ਚ ਨਹੀਂ ਆਈ ਹੋਏਗੀ, ਇਹ ਨੌਜਵਾਨ ਦੱਸ ਦੇਣਗੇ ਕਿ ਉਹਨਾਂ ਕਾਨੂੰਨਾਂ ਦੇ ਵਿੱਚ ਖਾਮੀਆਂ ਕਿੱਥੇ ਆ, ਉਹਨਾਂ ਕਾਨੂੰਨਾਂ ਦਾ ਵਿਰੋਧ ਜਿਹੜਾ ਉਹ ਕਿਉਂ ਹੋ ਰਿਹਾ। ਤੇ ਜਦੋਂ ਹਰਿੰਦਰ ਜੀ ਇੱਕ ਆਖਰੀ ਸਵਾਲ ਪੁੱਛਣਾ, ਜਦੋਂ ਇਹ ਕਿਹਾ ਜਾਂਦਾ ਕਿ ਤੁਹਾਨੂੰ ਸਮਝ ਨਹੀਂ ਆ ਰਹੀ ਜੀ, ਅਸੀਂ ਤਾਂ ਤੁਹਾਡੇ ਫਾਇਦੇ ਲਈ ਲਿਆਂਦਾ ਹੈ, ਤੁਹਾਨੂੰ ਸਮਝ ਨਹੀਂ ਆ ਰਹੀ, ਤੇ ਫਿਰ ਉਸ ਸਮਝ ਦੀ ਕਿੱਥੇ ਗੱਲ ਕਰਦੇ ਤੁਸੀਂ? ਕਿਹੜੀ ਸਮਝ ਹੈ ਜਿਹੜੀ ਤੁਹਾਡੇ ਪੱਲੇ ਨਹੀਂ ਪੈ ਰਹੀ ਤੇ ਕਿਹੜੀ ਸਮਝ ਹੈ ਜਿਹੜੀ ਸਰਕਾਰ ਨੂੰ ਨਹੀਂ ਆ ਰਹੀ? ਅਸਲ ਦੇ ਵਿੱਚ ਜੀ ਜਿਹੜੀ ਸਮੱਸਿਆ ਇਹ ਹੈ ਜੀ, ਐਡਾ ਕੋਈ ਔਖੀ ਗੱਲ ਤਾਂ ਹੈ ਨਹੀਂ ਕਿ ਜਿਹੜੀ ਸ਼ੁਰੂ ਤੋਂ ਮੁੱਢ ਕਦੀਮ ਤੋਂ ਗੱਲ ਚੱਲਦੀ ਆਉਂਦੀ ਹੈ। MSP ਦਾ ਇੱਕ ਮੁੱਢਲਾ ਮਸਲਾ ਹੈ ਨਾ ਜੀ, ਮਿਨੀਮਮ ਸੈਲਿੰਗ ਪ੍ਰਾਈਸ। ਹਰ ਇੱਕ ਚੀਜ਼ ਜਿਹੜੀ ਵੇਚੀ ਜਾਂਦੀ ਹੈ ਆਪਣੇ ਦੇਸ਼ 'ਚ, ਉਹ ਰਿਟੇਲ ਲਈ ਵੱਖਰਾ ਪ੍ਰਾਈਸ ਹੁੰਦਾ ਜਦੋਂ ਵੀ ਕੋਈ ਪ੍ਰੋਡਕਟ ਵੇਚਿਆ ਜਾਂਦਾ। ਸਿਰਫ ਕਿਸਾਨਾਂ ਦੀ ਇੱਕ ਮੁੱਢਲੀ ਮੰਗ ਇਹੀ ਸੀ, ਜਦੋਂ ਸੰਘਰਸ਼ ਆਪਾਂ ਸ਼ੁਰੂ ਕੀਤਾ ਉਦੋਂ ਇਹੀ ਕਿਹਾ ਗਿਆ ਸੀ ਵੀ ਜਿਹੜੀ MSP ਆ ਉਹਨੂੰ ਲੀਗਲਾਈਜ਼ ਕਰ ਦਿੱਤਾ ਜਾਵੇ, ਉਹਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਜਾਵੇ। ਮੈਂ ਇੱਕ ਪੜ੍ਹਿਆ ਲਿਖਿਆ ਕਿਸਾਨ ਹੋਣ ਦੇ ਨਾਤੇ ਤੁਹਾਨੂੰ ਮੈਂ ਦਾਅਵਾ ਕਰਦਾ ਵੀ ਜੇ ਸਰਕਾਰ MSP ਤੇ ਮੇਰੇ ਵੱਲੋਂ ਭਾਵੇਂ ਸਰਕਾਰ ਖਰੀਦ ਕਰੇ ਜਾਂ ਪ੍ਰਾਈਵੇਟ ਅਦਾਰਾ ਖਰੀਦ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ। ਉਹ ਜਿਹੜੀ ਬਣਦੀ ਫੀਸ ਆ ਜਿਹੜੀ ਉਹ ਸਰਕਾਰ ਦੇ ਖਜ਼ਾਨੇ 'ਚ ਜਾਣੀ ਚਾਹੀਦੀ ਹੈ। ਜੇ ਸਰਕਾਰ ਦੇ ਖਜ਼ਾਨੇ 'ਚੋਂ ਬਣੀ ਹੋਈ ਫੀਸ ਜਾਊਗੀ ਤਦੀ ਤਾਂ ਲੋਕ ਭਲਾਈ ਕਾਰਜਾਂ ਦੇ ਵਿੱਚ ਖਰਚ ਕੀਤੀ ਜਾਊਗੀ। ਜੇ ਉਹ ਫੀਸ ਹੀ ਨਹੀਂ ਸਰਕਾਰ ਕੋਲ ਪਹੁੰਚਣੀ ਤਾਂ ਫਿਰ ਲੋਕ ਭਲਾਈ ਦੇ ਜਿਹੜੇ ਫੰਡ ਆ ਉਹ ਕਿੱਦਾਂ ਚੱਲਣਗੇ? ਸਰਕਾਰਾਂ ਨਹੀਂ ਚੱਲ ਸਕਦੀਆਂ।
ਜਿਹੜਾ ਉਪਜ ਪੈਦਾ ਕਰਨ ਵਾਲਾ ਕਿਸਾਨ ਆ ਉਹਨੂੰ ਉਹਦਾ ਵਾਜਬ ਮੁੱਲ ਦਿੱਤਾ ਜਾਵੇ। ਹੁਣ ਸਵਾਮੀਨਾਥਨ ਜੀ ਦੀ ਰਿਪੋਰਟ ਆ, ਇੱਕ ਪੜ੍ਹੇ ਲਿਖੇ ਇੰਟੈਲੈਕਚੁਅਲ ਬੰਦੇ ਆ ਸਾਈਨਾਥ ਜੀ ਹੁਣੀ, ਉਹਨਾਂ ਨੇ ਬੈਠ ਕੇ ਦੱਸਿਆ ਵੀ ਜਿਹੜੀਆਂ ਖੇਤੀ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਹੱਲ ਕਰ ਸਕਦੇ ਹਾਂ ਵਾਜਬ ਮੁੱਲ ਦੇ ਕੇ। ਉਹ ਪ੍ਰਧਾਨ ਮੰਤਰੀ ਸਾਹਿਬ ਨੇ ਚੋਣਾਂ ਤੋਂ ਪਹਿਲਾਂ ਇਹ ਦਾਅਵਾ ਕੀਤਾ ਕਿ ਅਸੀਂ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਆ ਐਨ ਬੈਨ ਲਾਗੂ ਕਰਾਂਗੇ। ਉਹ ਪ੍ਰਧਾਨ ਮੰਤਰੀ ਸਾਹਿਬ ਜਦੋਂ ਜਿੱਤ ਕੇ ਆ ਗਿਆ ਉਹਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਹਲਫਨਾਮਾ ਦੇ ਕੇ ਕਹਿ ਦਿੱਤਾ ਵੀ ਅਸੀਂ ਇਹ ਲਾਗੂ ਨਹੀਂ ਕਰ ਸਕਦੇ। ਹੁਣ ਤੁਸੀਂ ਦੱਸੋ ਵੀ ਝੂਠ ਕੌਣ ਬੋਲਦਾ? ਉਹਨਾਂ ਦੇ ਬਿਆਨ ਚੜ੍ਹ ਕੇ ਦੇਖ ਲਓ, ਉਹਨਾਂ ਦੀ ਸੋਚ ਨੂੰ ਸਮਝ ਕੇ ਦੇਖ ਲਓ। ਕਾਨੂੰਨਾਂ ਦੇ ਵਿੱਚ ਜੇ ਲੋਕਾਂ ਦੇ ਹਿੱਤ ਮਾਰੇ ਗਏ, ਇਹਦੇ ਨਾਲ ਸਿਰਫ ਇਕੱਲਾ ਕਿਸਾਨ ਨਹੀਂ ਮਾਰਨਾ, ਜਿਹੜਾ ਆਮ ਛੋਟਾ ਖਪਤਕਾਰ ਆ, ਮੰਨ ਲਓ ਉਹ ਵੀ ਕਿੱਥੋਂ ਖਰੀਦੂਗਾ ਫਸਲ ਜਾ ਕੇ? ਉਹਦੇ ਲਈ ਦਾਣਾ ਖਰੀਦਣਾ, ਉਹਦੇ ਲਈ ਫਸਲ ਖਰੀਦਣਾ, ਉਹਦੇ ਲਈ ਤਾਂ ਆਪਣੀ ਰੋਜੀ ਰੋਟੀ ਵੀ ਬਹੁਤ ਵੱਡੀ ਸਮੱਸਿਆ ਪੈਦਾ ਹੋ ਜੂਗੀ। ਤਾਂ ਵਿਦੇਸ਼ ਤਾਂ ਇੱਕ ਭੁੱਖਮਰੀ ਦੀ ਹਾਲਤ ਵੱਲ ਨੂੰ ਚੱਲ ਜੂਗਾ ਜੇ ਸਾਰਾ ਕੁਝ ਹੀ ਆਪਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਦੇ ਦਿੱਤਾ। ਅੱਛਾ, ਇੱਕ ਸਵਾਲ ਪਤਾ ਨਹੀਂ ਕਿਉਂ ਹੁਣ ਮੇਰਾ ਗੱਲ ਥੋੜਾ ਜਿਹਾ ਕਰਨ ਨੂੰ ਦਿਲ ਕਰ ਰਿਹਾ, ਜਿਵੇਂ ਜਿਵੇਂ ਤੁਸੀਂ ਚੰਗੀਆਂ ਗੱਲਾਂ ਕਰ ਰਹੇ ਹੋ ਨਾ, ਤਿਵੇਂ ਮੇਰਾ ਵੀ ਦਿਲ ਕਰਦਾ ਕਿ ਕੋਈ ਹੋਰ ਸਵਾਲ ਕੀਤੇ ਜਾਣ। ਬਿਲਕੁਲ ਜੀ। ਇਹ ਵੀ ਕਿਹਾ ਜਾਂਦਾ ਕੇਂਦਰ ਸਰਕਾਰ ਵੱਲੋਂ ਵੀ ਕਾਂਗਰਸ ਵੱਲੋਂ ਸਪਾਂਸਰਡ ਆ ਤੁਹਾਨੂੰ ਆ ਰੈਲੀ ਕਰਨ ਲਈ ਆ ਇਕੱਠ ਕਰਨ ਲਈ ਕਾਂਗਰਸ ਨੇ ਕਿੰਨੇ ਕੁ ਫੰਡ ਦਿੱਤੇ ਨੇ ਤੁਹਾਨੂੰ? ਅਸਲ ਦੇ ਵਿੱਚ ਜੀ ਦੇਖੋ ਜੀ, ਜਿਹੜੀ ਇਹ ਸਰਕਾਰ ਹੈ ਉਹਦੇ ਕੰਮ ਕਰਨ ਦਾ ਤਰੀਕਾ ਇਹ ਆ, ਜਦੋਂ ਦਾ JNU ਦੇ ਵਿੱਚ ਕੋਈ ਸੰਘਰਸ਼ ਹੁੰਦਾ ਉਦੋਂ ਕਹਿ ਦਿੰਦੇ ਆ ਜੀ ਇਹ ਕਾਮਰੇਡ ਕਰਵਾ ਰਹੇ ਆ, ਹਨਾ। ਜਦੋਂ ਹੁਣ ਕਿਸਾਨ ਕਰਨ ਲੱਗੇ ਆ ਤੇ ਕਦੀ ਸਾਨੂੰ ਖਾਲਿਸਤਾਨੀ ਦੱਸਦੇ ਆ, ਕਦੀ ਸਾਨੂੰ ਅੱਤਵਾਦੀ ਇਹ ਦੱਸਦੇ ਆ, ਕਦੀ ਇਹਨੂੰ ਕਾਂਗਰਸ ਦਾ ਸਪਾਂਸਰ ਪ੍ਰੋਗਰਾਮ ਕਹਿ ਦਿੱਤਾ ਜਾਂਦਾ ਹੈ, ਹਨਾ। ਹੁਣ ਤੁਸੀਂ ਬੈਂਗਲੌਰ ਦੇ ਵਿੱਚ ਦੇਖਿਆ ਹੋਣਾ ਇੱਕ ਕੁੜੀ ਨੂੰ ਪਰਸੋਂ ਇਹਨੇ ਅਰੈਸਟ ਕੀਤਾ ਆ, ਹਨਾ। ਦਿਸ਼ਾ ਰਵੀ ਕੁੜੀ ਆ, 21-22 ਸਾਲ ਦੀ ਕੁੜੀ ਆ। ਤੇ ਉਦੋਂ ਵੱਡੀ ਦੁੱਖ ਦੀ ਗੱਲ ਇਹ ਆ ਵੀ ਜਦੋਂ ਉਹਨੂੰ ਅਰੈਸਟ ਕਰਕੇ ਲੈ ਕੇ ਗਏ ਆ ਮੈਜਿਸਟ੍ਰੇਟ ਦੇ ਸਾਹਮਣੇ, ਉਹਦਾ ਪ੍ਰਾਈਵੇਟ ਵਕੀਲ ਵੀ ਹੈ ਨਹੀਂ ਸੀ ਉਹਦੇ ਕੋਲ, ਹਨਾ। ਉਹਦੇ ਮਨੁੱਖੀ ਹੱਕਾਂ ਦੀ ਵੀ ਘਾਣ ਆ। ਆਪਾਂ ਕਾਨੂੰਨੀ ਬਿੱਲਾਂ ਦੇ ਵਿਰੋਧ ਦੇ ਵਿੱਚ ਤਾਂ ਖੜੇ ਆ, ਆਪਾਂ ਜਿਹੜੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਉਹਦੇ ਵਿਰੋਧ ਵਿੱਚ ਵੀ ਖੜੇ ਆ। ਜੇ ਤੁਹਾਨੂੰ ਕਿਸੇ ਦੇ ਇਤਰਾਜ਼ ਆ ਵੀ ਉਹਨੇ ਕੁਝ ਗੈਰ ਕਾਨੂੰਨੀ ਕਾਰਵਾਈ ਕੀਤੀ ਆ, ਉਹ ਸਾਡੇ ਦੇਸ਼ ਦੀ ਨਾਗਰਿਕ ਆ, ਉਹ ਇੱਕ ਚੰਗੀ ਇੰਟੈਲੈਕਚੁਅਲ ਕੁੜੀ ਆ, ਜਿਹੜੀ ਇੱਕ ਵੱਡਾ ਉਹਨੇ ਉੱਥੇ ਸੰਗਠਨ ਬਣਾਇਆ ਹੋਇਆ ਫਰਾਈਡੇ ਫॉर ਫਿਊਚਰ, ਕਲਾਈਮੇਟ ਚੇਂਜ ਲਈ ਕੰਮ ਕਰਦੇ। ਹਾਂਜੀ, ਉਹਨਾਂ ਦੀ NGO ਦਾ ਨਾਮ ਫਰਾਈਡੇ ਫॉर ਫਿਊਚਰ ਆ। ਉਸ ਕੁੜੀ ਨੇ ਜੇ ਕੁਝ ਗਲਤੀ ਵੀ ਕੀਤੀ ਆ, ਪਰ ਜਿਹੜਾ ਉਹਦਾ ਇੱਕ ਜਮਹੂਰੀ ਹੱਕ ਆ ਬਈ ਉਹਦੇ ਕੋਲ ਵਕੀਲ ਤਾਂ ਉਹਦਾ ਹੋਣਾ ਹੀ ਚਾਹੀਦਾ ਜਦੋਂ ਕੋਰਟ ਦੇ ਵਿੱਚ ਜਾਣਾ। ਤੁਸੀਂ ਸਿਰਫ ਵਕੀਲ ਦੀ ਗੱਲ ਕਰਦੇ ਹੋ, ਬੈਂਗਲੁਰੂ ਦਾ MP ਹੈ ਇਹਨਾਂ ਦਾ ਇੱਕ, ਉਹ MP ਨੇ ਟਵੀਟ ਕੀਤਾ ਆ, ਕਹਿੰਦੇ ਕਸਾਬ ਦੀ ਉਮਰ ਵੀ 21 ਸਾਲ ਸੀ, ਬੁਰਹਾਨ ਵਾਨੀ ਦੀ ਉਮਰ ਵੀ 21 ਸਾਲ ਸੀ, ਤੇ ਉਮਰਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਅਪਰਾਧ ਵੱਡਾ ਆ। ਹਾਂਜੀ, ਨਹੀਂ ਮੈਂ ਇਸ ਗੱਲ ਦੇ ਵਿੱਚ ਨਹੀਂ ਸਕਦਾ। ਅਪਰਾਧ ਤਾਂ ਜਿੰਨਾ ਚਿਰ ਅਦਾਲਤ ਦੇ ਵਿੱਚ ਸਾਬਤ ਨਹੀਂ ਹੁੰਦਾ ਉਹ ਅਪਰਾਧ ਨਹੀਂ। ਦੋਸ਼ ਕਿਸੇ ਤੇ ਵੀ ਆਪਾਂ ਲਾਏ ਜਾ ਸਕਦੇ ਆ। ਦੋਸ਼ ਤਾਂ ਇਦਾਂ ਜਿਹੜਾ ਅੱਜ ਆਪਣੇ ਗ੍ਰਹਿ ਮੰਤਰੀ ਨੇ ਉਹ ਤੜੀ ਪਾਰ ਦਾ ਦੋਸ਼ ਉਹਨਾਂ ਤੇ ਲੱਗ ਚੁੱਕਾ। ਗੁਜਰਾਤ ਵਿੱਚ ਉਹਨਾਂ ਨੂੰ ਆਗਿਆ ਨਹੀਂ ਸੀ ਉਸ ਸਮੇਂ ਜਾਣ ਦੀ, ਜਦੋਂ ਗੋਧਰਾ ਦੇ ਵਿੱਚ ਦੰਗੇ ਹੋਇਆ, ਇਹ ਤਾਂ ਉਹਨਾਂ ਤੇ ਵੀ ਆਰੋਪ ਸੀ, ਉਹ ਤੜੀ ਪਾਰ ਸੀ ਉਸ ਸਮੇਂ। ਤੇ ਉਸ ਸਮੇਂ ਦੇ ਜੱਜ ਨੇ ਉਹਨਾਂ ਨੂੰ ਆਪਣੇ ਸਟੇਟ ਵਿੱਚ ਵੜਨ ਤੇ ਰੋਕ ਲਾਈ ਹੋਈ ਸੀਗੀ, ਹਨਾ। ਆਰੋਪ ਤਾਂ ਉਹਨਾਂ ਦੇ ਉੱਤੇ ਵੀ ਸੀਗੇ। ਇਹ ਲੋਕਤੰਤਰ ਦੀ ਖੂਬਸੂਰਤੀ ਆ। ਜਿਹੜੇ ਮਨੁੱਖੀ ਹੱਕ ਆ ਤੁਸੀਂ ਖੋਹ ਨਹੀਂ ਸਕਦੇ, ਤੁਸੀਂ ਦੋਸ਼ ਲਾ ਸਕਦੇ ਆ, ਪਰ ਉਹਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ ਵੀ ਆ। ਉਹਦੇ ਕੋਲ ਵੀ ਕਾਨੂੰਨ ਹੈਗਾ ਆ, ਕਾਨੂੰਨ ਦੇ ਮੁਤਾਬਕ ਉਹ ਵੀ ਆਪਣੇ ਆਪ ਨੂੰ ਬਚਾਉਣ ਲਈ ਉਹਦਾ ਫਰਜ਼ ਆ। ਉਹਨੂੰ ਬਕਾਇਦਾ ਵਕੀਲ ਮਿਲਣਾ ਚਾਹੀਦਾ ਸੀ, ਉਹ ਉਹਦੀ ਪੈਰਵਾਈ ਕਰਦਾ, ਉਹਦੇ ਪੱਖ ਨੂੰ ਉਹਦੇ ਵਿੱਚ ਦੱਸਦਾ ਅਦਾਲਤ ਦੇ ਵਿੱਚ। ਪਰ ਜਦੋਂ ਹੁਣ ਉਹਨੂੰ ਆਪਣਾ ਪੱਖ ਆਪ ਹੀ ਅਦਾਲਤ ਦੇ ਵਿੱਚ ਦੱਸਣਾ ਪਿਆ, ਉਹ ਮੇਰੀ ਸਮਝੇ ਇੱਕ ਕਿਸਮ ਦੀ ਕਾਨੂੰਨ ਦੀ ਵੀ ਤੋਹੀਨ ਹੋਈ ਆ, ਜਿਹੜੀ ਕਿ ਬਹੁਤ ਨਿਰਾਸ਼ਾਜਨਕ ਗੱਲ ਆ ਇੱਕ ਭਾਰਤ ਵਰਗੇ ਲੋਕਤਾਂਤਰਿਕ ਦੇਸ਼ ਲਈ। ਨੌਜਵਾਨ ਹੋ ਔਰ ਸਾਡੇ ਮੁਲਕ ਨੂੰ ਸਭ ਤੋਂ ਵੱਡਾ ਵਿਸ਼ਵ ਦਾ ਨੌਜਵਾਨ ਮੁਲਕ ਕਿਹਾ ਜਾਂਦਾ, ਕਿਉਂਕਿ 60% ਦੇ ਕਰੀਬ ਜਿਹੜੀ ਹੈ ਇੱਥੇ ਜਵਾਨੀ ਵਸਦੀ ਹੈ। ਔਰ ਇਸ ਨੌਜਵਾਨ ਮੁਲਕ ਦੇ ਵਿੱਚ ਜੇ ਸੱਤਾ ਦੀ ਗੱਲ ਕਰ ਲਈਏ ਤਾਂ ਉਹਨੂੰ ਤਬਦੀਲ ਕਰਨ ਦੀ ਤਾਕਤ ਵੀ ਨੌਜਵਾਨਾਂ ਦੇ ਹੱਥ ਹੈਗੀ ਹੈ। ਹੁਣ ਜੇ ਅਦਾਲਤ ਦੇ ਵਿੱਚ ਜਾਣਾ ਆ ਜਾਂ ਅਸੀਂ ਸੰਸਦ ਦੇ ਵਿੱਚ ਗੱਲ ਕਰਦੇ ਉਸ ਕਾਨੂੰਨ ਨੂੰ ਰੱਦ ਕਰਨ ਦੀ, ਤਾਂ ਉਹ ਵੀ ਕੰਮ ਕਿਹਨੇ ਕਰਨਾ ਆ? ਉਹ ਸਦਨ ਤੱਕ ਪਹੁੰਚੇ ਹੋਏ ਲੋਕਾਂ ਨੇ ਕਰਨਾ। ਜੇ ਸੂਬਿਆਂ ਦੇ ਵਿੱਚ ਇਸ ਕਾਨੂੰਨ ਦਾ ਵਿਰੋਧ ਕਰਨਾ ਤੇ ਉਹ ਵਿਧਾਨ ਸਭਾ ਪਹੁੰਚੇ ਹੋਏ ਲੋਕਾਂ ਨੇ ਕਰਨਾ ਆ। ਕਿ ਚੋਣਾਂ ਦੇ ਵਿੱਚ ਵੀ ਇਹ ਨੌਜਵਾਨ ਪੀੜ੍ਹੀ ਇਸ ਤਰੀਕੇ ਨਾਲ ਭਵਿੱਖ ਦੇ ਵਿੱਚ ਕੋਈ ਕੰਮ ਜਾਗਰੂਕਤਾ ਫੈਲਾਉਂਦੀ ਨਜ਼ਰ ਆਏਗੀ, ਜਾਂ ਸਿਰਫ ਇਸ ਅੰਦੋਲਨ ਤੱਕ ਸੀਮਤ ਰਹਿ ਕੇ ਇਹ ਰੈਲੀਆਂ ਕਰਨੀਆਂ ਨੇ ਤੇ ਗੱਲ ਖਤਮ ਹੋ ਜਾਣੀ, ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਉਦਾਂ ਹੀ ਚੱਲੇਗਾ? ਨਹੀਂ, ਮੈਨੂੰ ਲੱਗਦਾ ਵੀ ਮੈਂ ਨਿੱਜੀ ਤੌਰ ਤੇ ਕਾਫੀ ਆਸ਼ਾਵਾਦੀ ਵਿਅਕਤੀ ਹਾਂ, ਤੇ ਪੰਜਾਬੀਆਂ ਦੀ ਕਹਾਵਤ ਵੀ ਆ ਵੀ ਜੀਵੇ ਆਸ਼ਾ ਤੇ ਮਰੇ ਨਿਰਾਸ਼ਾ। ਕਰਕੇ ਆਪਾਂ ਜੇ ਮੁੱਢ ਕਦੀਮ ਤੋਂ ਦੇਖਦੇ ਆਏ ਆ, ਆਪਾਂ ਬਾਂਦਰ ਤੋਂ, ਜਿੱਦਾਂ ਕਿਹਾ ਜਾਂਦਾ ਲੰਗੂਰ ਤੋਂ ਡਿਵੈਲਪ ਹੁੰਦੇ ਮਨੁੱਖ ਇਸ ਰੂਪ ਤੱਕ ਪਹੁੰਚੇ ਆ। ਹਾਂਜੀ। ਤੇ ਮੈਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਦਾ ਵੀ ਮੌਕਾ ਮਿਲਿਆ, ਇੰਗਲੈਂਡ ਦੀ ਸਭਿਅਤਾ ਨੂੰ ਵੀ ਦੇਖਿਆ, ਕੈਨੇਡਾ ਵੀ ਦੇਖਿਆ, ਯੂਰਪ ਵੀ ਦੇਖਿਆ ਹੋਇਆ ਆ। ਉਹ ਵੀ ਜਿਹੜੇ ਦੇਸ਼ ਆ ਇਦਾਂ ਹੀ ਵਿਚਾਰਾਂ ਤੋਂ ਅੱਗੇ ਅਗਾਂਹ ਤਰੱਕੀ ਕਰਕੇ ਅੱਗੇ ਵਧੇ ਨੇ। ਫਿਰ ਜਿਹੜਾ ਜ਼ਿੰਦਗੀ ਦਾ ਸਿਧਾਂਤ ਹੈ, ਜੇ ਤੁਸੀਂ, ਮੈਂ ਨਿੱਜੀ ਤੌਰ ਤੇ ਇਦਾਂ ਮਹਿਸੂਸ ਕਰਦਾ, ਜੇ ਆਪਾਂ ਨੂੰ ਇਹ ਆਸ ਨਹੀਂ ਕਿ ਸੁਧਾਰ ਹੋਊਗਾ ਤੇ ਫਿਰ ਜ਼ਿੰਦਗੀ ਜੀਣ ਦਾ ਕੋਈ ਮਤਲਬ ਨਹੀਂ। ਜ਼ਿੰਦਗੀ ਵਿੱਚ ਹਮੇਸ਼ਾ ਸੁਧਾਰਵਾਦੀ ਜਿਹੜੀਆਂ ਨੀਤੀਆਂ ਆ ਉਹ ਆਪਣੇ ਜੀਵਨ 'ਚ ਲਾਗੂ ਕਰਨੀਆਂ ਚਾਹੀਦੀਆਂ, ਆਪਣੇ ਸਮਾਜ 'ਚ ਲਾਗੂ ਕਰਨੀਆਂ ਚਾਹੀਦੀਆਂ, ਬਾਅਦ ਵਿੱਚ ਫਿਰ ਦੇਸ਼ ਵਿੱਚ ਵੀ ਉਹ ਲਾਗੂ ਹੋ ਜਾਂਦੀਆਂ। ਬਹੁਤੀਆਂ ਚੀਜ਼ਾਂ ਬਦਲੀਆਂ ਨੇ ਪਹਿਲਾਂ ਦੇ ਮੁਕਾਬਲੇ, ਕੁਝ ਬੁਰੀਆਂ ਚੀਜ਼ਾਂ ਅੱਜ ਵੀ ਨੇ, ਉਹ ਸਮੇਂ ਦੇ ਨਾਲ ਉਹ ਵੀ ਜ਼ਰੂਰ ਤਬਦੀਲ ਹੋ ਜਾਣਗੀਆਂ ਤੇ ਆਪਾਂ ਇੱਕ ਬਿਹਤਰ ਸਮਾਜ ਸਿਰਜ ਸਕਾਂਗੇ। ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੋ ਸਕਣਾ, ਤੇ ਮੈਂ ਪੂਰਾ ਆਸ਼ਾਵੰਦ ਹਾਂ ਕਿ
ਜਿਹੜੇ ਆਪਣਾ ਨੌਜਵਾਨ ਆਪਣੇ ਹੱਕਾਂ ਨੂੰ ਲੈ ਕੇ ਸਮਝ ਚੁੱਕੇ ਨੇ, ਉਹ ਜਦੋਂ ਤੁਸੀਂ ਜਿੱਦਾਂ ਦੱਸਿਆ ਵੀ ਰਾਜਨੀਤਿਕ ਤੌਰ ਤੇ ਜਿਹੜੀ ਆਪਣੀ ਬਣਦੀ ਜ਼ਿੰਮੇਵਾਰੀ ਆ ਉਹਨੂੰ ਵੀ ਨਿਭਾਉਣਗੇ ਤੇ ਇੱਕ ਆਪਾਂ ਵਧੀਆ ਦੇਸ਼ ਦਾ ਨਿਰਮਾਣ ਕਰ ਸਕਾਂਗੇ ਜੀ। ਆਸ਼ਾਵਾਦੀ ਹਰਿੰਦਰ ਜੀ, ਮੈਨੂੰ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੇ ਜੇ ਹਰ ਨੌਜਵਾਨ ਦੀ ਸੋਚ ਇੰਜ ਦੀ ਹੋਵੇ, ਆਸ਼ਾਵਾਦੀ ਹੋਵੇ, ਕਿਉਂਕਿ ਭਵਿੱਖ ਦੇ ਬਾਰੇ ਚੰਗਾ ਸੋਚਾਂਗੇ ਤਾਂ ਚੰਗਾ ਹੁੰਦਾ ਨਜ਼ਰ ਆਏਗਾ। ਚੰਗੇ ਖੁਦ ਵੀ ਬਣਨਾ ਤੇ ਚੰਗੇ ਕੰਮ ਵੀ ਕਰਨੇ ਤੇ ਚੰਗਾ ਮੁਲਕ ਨੂੰ ਵੀ ਬਣਾਉਣਾ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਸੋ ਇਹ ਨੌਜਵਾਨਾਂ ਦੀ ਸੋਚ ਹੈ, ਇਸ ਅੰਦੋਲਨ ਦੇ ਨਾਲ ਵੀ ਜੁੜੇ ਹੋਏ ਨੇ। ਇਸ ਤਰੀਕੇ ਦੇ ਟਰੈਕਟਰ ਮਾਰਚ ਵੀ ਜਿਹੜੇ ਬਕਾਇਦਾ ਕੱਢੇ ਜਾ ਰਹੇ ਨੇ ਔਰ ਇਹਨਾਂ ਟਰੈਕਟਰ ਮਾਰਚਾਂ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਜੇ ਇਹ ਨੌਜਵਾਨ ਇਦਾਂ ਦੀ ਸੋਚ ਦੇ ਨੌਜਵਾਨ ਇਸ ਅੰਦੋਲਨ ਨਾਲ ਜੁੜੇ ਹੋਏ ਆ, ਜਿਹੜੇ ਕੱਲਾ ਕੱਲਾ ਨੁਕਤਾ ਐਨੂੰ ਠੋਕ ਵਜਾ ਕੇ ਤੁਹਾਡੇ ਸਾਹਮਣੇ ਸਪਸ਼ਟ ਕਰ ਦਿੰਦੇ ਆ, ਤੇ ਫਿਰ ਅਜੇ ਤੱਕ ਕਿੱਥੇ ਪੇਚ ਫਸਿਆ ਹੋਇਆ, ਅਜੇ ਤੱਕ ਕਿਉਂ ਨਹੀਂ ਇਸ ਗੱਲ ਨੂੰ ਸਮਝਿਆ ਜਾ ਰਿਹਾ ਕਿ ਕਾਨੂੰਨਾਂ ਦੇ ਵਿੱਚ ਹੈ ਸਮੱਸਿਆਵਾਂ, ਕਾਨੂੰਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਕਰਨ ਦੀ ਜ਼ਰੂਰਤ ਹੈ ਤੇ ਉਹ ਕਰਨ ਦੇ ਲਈ ਲਾਜ਼ਮੀ ਹੈ ਕਿ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰੇ, ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਫਿਰ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਜਿਹੜੀ ਆ ਉਹ ਚੱਲ ਸਕਦੀ ਆ। ਪਰ ਫਿਲਹਾਲ ਗੱਲ ਉੱਥੇ ਦੀ ਉੱਥੇ ਅਟਕੀ ਹੈ, ਸਰਕਾਰ ਵੀ ਅੜੀ ਹੋਈ ਹੈ ਤੇ ਇੱਧਰ ਲਗਾਤਾਰ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰੇ ਵੀ ਕੀਤੇ ਜਾ ਰਹੇ ਨੇ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਗੁਰਾਇਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।